हाँ जी स्टूडेंट्स, हाजिर हाँ तुहाडे सामने कमर्स वाले दी नैक्सट वीडियो लैके। बेटा +1 ਦੇ ਲੈਕਚਰ ਚੱਲ ਰਹੇ ਨੇ ਔਰ ਉਹਦੇ ਵਿੱਚ ਆਪਣਾ ਚੱਲ ਰਿਹਾ ਹੈ ਫਾਈਨਲ ਅਕਾਊਂਟਸ। ਫਾਈਨਲ ਅਕਾਊਂਟਸ ਜਿਹੜਾ ਕਿ ਬਹੁਤ ਇੰਪੋਰਟੈਂਟ ਹੈ, ਮੈਂ ਤੁਹਾਨੂੰ ਅੱਗੇ ਵੀ ਕਿਹਾ ਵੀ ਬਹੁਤ ਇੰਪੋਰਟੈਂਟ ਹੈ ਮੇਰੀਆਂ ਨਜ਼ਰਾਂ ਦੇ ਵਿੱਚ, ਠੀਕ ਹੈ। ਫਾਈਨਲ ਅਕਾਊਂਟਸ ਵਿੱਚ ਬੇਟਾ ਮੈਂ ਤੁਹਾਨੂੰ ਹੁਣ ਤੱਕ ਟ੍ਰੇਡਿੰਗ ਐਂਡ ਪ੍ਰੋਫਿਟ ਐਂਡ ਲਾਸ ਅਕਾਊਂਟ ਬਾਰੇ ਦੱਸਿਆ ਵੀ ਟ੍ਰੇਡਿੰਗ ਅਕਾਊਂਟ ਵਿੱਚ ਕਿਹੜੀਆਂ ਆਈਟਮਸ ਆਉਂਦੀਆਂ ਨੇ, ਪ੍ਰੋਫਿਟ ਐਂਡ ਲਾਸ ਅਕਾਊਂਟ 'ਚ ਕਿਹੜੀਆਂ ਆਈਟਮਸ ਆਉਂਦੀਆਂ ਨੇ। ਹਾਲਾਂਕਿ ਡਿਟੇਲ ਵਿੱਚ ਆਪਾਂ ਪ੍ਰੋਫਿਟ ਐਂਡ ਲਾਸ ਅਕਾਊਂਟ ਕਰਨਾ ਹੈ, ਠੀਕ ਹੈ। ਟ੍ਰੇਡਿੰਗ ਅਕਾਊਂਟ ਆਪਾਂ ਡਿਟੇਲ ਵਿੱਚ ਕਰ ਚੁੱਕੇ ਹਾਂ ਵੀ ਟ੍ਰੇਡਿੰਗ ਅਕਾਊਂਟ ਵਿੱਚ ਕੀ ਆਉਣਾ। ਹਾਂ, ਮੈਂ ਤੁਹਾਨੂੰ ਇੱਕ ਗੱਲ ਦੱਸੀ ਸੀ ਵੀ ਜਿਹੜਾ ਟ੍ਰੇਡਿੰਗ ਅਕਾਊਂਟ ਹੈ, ਟ੍ਰੇਡਿੰਗ ਅਕਾਊਂਟ ਦੇ ਵਿੱਚ ਸਾਰੇ डायरेक्ट एक्सपेंसेस ਦਾ ਮਤਲਬ ਹੈ ਸਾਰੇ ਹੀ ਐਸੇ ਐਕਸਪੈਂਸਿਸ ਜਿਹੜੇ ਕਿ ਨਾ ਹੋਣ ਤੇ ਸਾਡੀ ਫੈਕਟਰੀ ਬੰਦ ਹੁੰਦੀ ਹੈ। ਨਟਸ਼ਲ, ਠੀਕ ਹੈ, ਜਿਹੜੇ ਕਿ ਨਾ ਹੋਣ ਤੇ ਸਾਡੀ ਫੈਕਟਰੀ ਬੰਦ ਹੁੰਦੀ ਹੈ। ਜਾਂ ਇਹ ਕਹਿ ਲਓ ਵੀ ਪ੍ਰੋਡਕਸ਼ਨ ਦੀ ਥਾਂ ਤੇ ਆਉਣ ਤੱਕ ਜਿਹੜੇ ਜਿਹੜੇ ਖਰਚੇ ਹੈ, ਕੋਈ ਵੀ ਮਟੀਰੀਅਲ ਜਦ ਤੱਕ ਪ੍ਰੋਡਕਸ਼ਨ ਵਾਲੀ ਥਾਂ ਤੇ ਨਹੀਂ ਪਹੁੰਚਦਾ ਤਦ ਤੱਕ ਉਸ ਤੋਂ ਪਹਿਲਾਂ ਪਹਿਲਾਂ ਜੋ ਵੀ ਉਹਦੇ ਖਰਚੇ ਉਹਦੇ ਉੱਤੇ ਕੀਤੇ ਜਾਂਦੇ ਆ ਉਹ ਸਾਰੇ ਕਿਹਦੇ ਵਿੱਚ ਆਉਂਦੇ ਆ, ਟ੍ਰੇਡਿੰਗ ਅਕਾਊਂਟ 'ਚ। ਹੁਣ ਟ੍ਰੇਡਿੰਗ ਅਕਾਊਂਟ 'ਚ ਆਪਾਂ ਡਿਟੇਲ ਨਾਲ ਜੇ ਨਹੀਂ ਸਮਝ ਲੱਗੀ ਤਾਂ ਮੇਰੇ ਇਸ ਤੋਂ ਪਿਛਲੇ 3 ਲੈਕਚਰ ਆ ਚੁੱਕੇ ਨੇ ਟ੍ਰੇਡਿੰਗ ਅਕਾਊਂਟ ਤੇ, ਉਹਨੂੰ ਡਿਟੇਲ ਨਾਲ ਸੁਣੋ। ਉਹ ਸੁਣੋਗੇ ਤਾਂ ਆਪਾਂ ਉਸ ਤੋਂ ਬਾਅਦ ਆ ਕੁਐਸਚਨ ਕਰਨ ਜਾ ਰਹੇ ਹਾਂ। ਇਹ ਲੈਕਚਰ ਤੁਹਾਨੂੰ ਬੜੀ ਵਧੀਆ ਢੰਗ ਨਾਲ ਸਮਝ ਆਏਗਾ, ਠੀਕ ਹੈ। ਹੁਣ ਕੁਐਸਚਨ ਵਿੱਚ ਕੀ ਹੈ ਬੱਚੇ, ਧਿਆਨ ਦਿਓ। ओपनिंग स्टॉक है रॉ मटेरियल का है, फिनिश्ड गुड्स का है। ओपनिंग स्टॉक चाहे रॉ मटेरियल और फिनिश्ड गुड्स का कोई भी होवे, ओपनिंग स्टॉक ही होता है, इकट्ठा ही लेना है, ठीक है। परचेजेस देती हैं, सेल्स देती हैं, परचेजेस रिटर्न भी देती है, सेल रिटर्न भी देती है, वेजेस देती हैं, फैक्ट्री एक्सपेंसेस देते हैं, फ्राइट है ते आ क्लोजिंग स्टॉक है। हुण आपां क्वेश्चन स्टार्ट करन जा रहे हैं बच्चे। देखो ट्रेडिंग अकाउंट for the year ended 31st March 2020. First of all, opening stock इधर साइड to opening stock कद है, रॉ मटेरियल फिनिश्ड गुड्स कितना बच्चे ध्यान दियो 40,000 ते 70,000। नेक्स्ट बच्चे नेक्स्ट आ जाती है परचेजेस में मैं तो यही किया सी इधरली साइड ते आनी है टू परचेजेस कितनी है इनर कॉलम ਵਿੱਚ ਲਿਖਣਾ ਹੈ। परचेजेस ਜੇ परचेजेस ਰਿਟਰਨ ਦਿੱਤੀਆਂ ਹੋਈਆਂ ਨੇ ਤੇ ਇਨਰ ਕਾਲਮ ਵਿੱਚੋਂ ਵਿੱਚ ਹੀ परचेजेस ਲਿਖ ਕੇ ਰਿਟਰਨ ਘਟਾ ਕੇ ਨੈਟ परचेजेस ਇਧਰ ਲਿਖਣੀਆਂ ਨੇ। ਤੁਹਾਨੂੰ ਮੈਂ ਇਹ ਗੱਲ ਕਹੀ ਸੀ ਵੀ परचेजेस ਤੇ ਸੇਲ ਹੈ ਜਿਹੜੀ ਉਹ ਨੈਟ ਲੈਣੀ ਹੈ। ਮਤਲਬ ਜੇ ਬੱਚੇ ਜੇ ਪਰਚੇਜ਼ ਜਿੰਨੀ ਸਾਨੂੰ ਅਸੀਂ ਕੀਤੀ ਹੈ ਉਹਦੇ ਵਿੱਚ ਜਿੰਨੀ ਵਾਪਸ ਕਰਤੀ ਆਪਾਂ ਨੈਟ ਪਰਚੇਜ਼ਸ ਲੈਣੇ ਆ ਨਾ, ਉਹ ਜਿਹੜੀ ਵਾਪਸ ਕੀਤੀ ਉਹਨੂੰ ਤਾਂ ਪਰਚੇਜ਼ਸ ਵਿੱਚ ਨਹੀਂ ਨਾ ਗਿਣਾਂਗੇ। ਇਸ ਲਈ ਨੈਟ ਪਰਚੇਜ਼ਸ ਲੈਣੀਆਂ ਨੇ, ਇਨਰ ਕਾਲਮ ਵਿੱਚ ਹੀ ਇਹਦੀ ਕੈਲਕੂਲੇਸ਼ਨ ਕਰਨੀ ਹੈ। 1,80,000 ਲੈਸ ਰਿਟਰਨ ਬੱਚੇ ਕਿੰਨੀ ਹੈ ਆ ਦੇਖੋ, ਪਰਚੇਜ਼ਸ ਰਿਟਰਨ ਦਿੱਤੀ ਹੈ ਆਪਾਂ ਨੂੰ 5,000 ਕਿੰਨਾ ਆ ਗਿਆ 1,75,000 रुपए, ठीक है बच्चे। उस तो बाद दूसरी साइड पे आ जाओ, आ जाता है सेल्स बाय सेल्स कितनी ने आ देखो 3,50,000 ये भी इनर कॉलम 3,50,000 रुपए लेस रिटर्न सेल्स भी नेट ही लेनी ने। उस तरह सेल विचों सेल रिटर्न 3,000 रुपए घटाओ, 3,000 रुपए घटाया ते बाकी बच्चे कितना आ गया देखो ध्यान दो 47 3,47,000 रुपए, ठीक है। उस तो बाद आंदा सी क्लोजिंग स्टॉक ਆਪਾਂ ਨੂੰ ਇਹ ਦਿੱਤਾ ਹੈ at the end stock in hand was raw material, work in progress ਤੇ finished goods। ਸਾਰਿਆਂ ਦਾ क्लोजिंग स्टॉक ਦਿੱਤਾ ਹੈ, ਸਾਰਿਆਂ ਦਾ ਹੀ ਲੈ ਲੈਣਾ by closing stock, raw material, work in progress and finished goods।
कितना बच्चे 35,000 10,000 ਤੇ 55,000। ਲਓ ਜੀ ਉਸ ਤੋਂ ਬਾਅਦ ਨੈਕਸਟ ਆਉਣੇ ਆਪਾਂ ਇਹਦੇ ਜਿਹੜੇ ਡਾਇਰੈਕਟ ਐਕਸਪੈਂਸਿਸ। ਕਿਹੜੇ ਕਿਹੜੇ ਡਾਇਰੈਕਟ ਐਕਸਪੈਂਸਿਸ ਹਨ? ਦੇਖੋ ਵੇਜਿਸ ਆ ਗਿਆ। ਵੇਜਿਸ ਡਾਇਰੈਕਟ ਹੈ? ਯੈਸ ਵੇਜਿਸ ਡਾਇਰੈਕਟ ਹੈ, ਕਿਉਂਕਿ ਜੇ ਵੇਜਿਸ ਨਹੀਂ ਦਿੱਤੀਆਂ ਜਾਣਗੀਆਂ ਤੇ ਸਾਡੀ ਫੈਕਟਰੀ ਦਾ ਕੰਮਕਾਰ ਬੰਦ ਹੋ ਜਾਏਗਾ। ਬੱਚੇ ਇੱਥੇ ਇੱਕ ਗੱਲ ਧਿਆਨ ਦੇਖੋ ਨਾਲ ਰੱਖਣੀ ਹੈ, ਵੇਜਿਸ ਡਾਇਰੈਕਟ ਨੇ ਤੇ ਸੈਲਰੀ ਜਿਹੜੀ ਹੈ ਉਹ ਇਨਡਾਇਰੈਕਟ ਹੈ। ਸੈਲਰੀ ਅਸੀਂ ਆਫਿਸ ਦੇ ਸਟਾਫ ਨੂੰ ਦਿੰਦੇ ਆ, ਵੇਜਿਸ ਜਿਹੜੀ ਹੈ ਅਸੀਂ ਮਜ਼ਦੂਰੀ ਦਿੰਦੇ ਆ ਉਹ ਫੈਕਟਰੀ ਦੇ ਸਟਾਫ ਨੂੰ ਦਿੰਦੇ ਆ। ਠੀਕ ਹੈ, ਦਿਮਾਗ ਵਿੱਚ ਇੱਕ ਗੱਲ ਰੱਖਣੀ ਹੈ, ਜੇ ਕਈ ਵਾਰ ਕੁਐਸਚਨ ਦੇ ਵਿੱਚ ਵੇਜਿਸ ਐਂਡ ਸੈਲਰੀ ਆ ਜਾਂਦਾ ਹੈ, ਕੀ ਲਿਖਿਆ ਆ ਜਾਂਦਾ ਹੈ ਵੇਜਿਸ ਐਂਡ ਸੈਲਰੀ। ਜਿੱਥੇ ਵੇਜਿਸ ਐਂਡ ਸੈਲਰੀਜ਼ ਆ ਜਾਵੇ ਉਹ ਕਿਹਦੇ ਵਿੱਚ ਲੈ ਕੇ ਜਾਣੀ ਹੈ? ਇਨਡਾਇਰੈਕਟ ਐਕਸਪੈਂਸਿਸ ਵਿੱਚ, ਮਤਲਬ ਟ੍ਰੇਡਿੰਗ ਅਕਾਊਂਟ ਚ ਲੈ ਕੇ ਜਾਣੀ ਹੈ। ਜਿੱਥੇ ਸੈਲਰੀ ਐਂਡ ਵੇਜਿਸ ਮਤਲਬ ਸੈਲਰੀ ਪਹਿਲਾਂ ਲਿਖਿਆ ਹੋਵੇ, ਦੋ ਗੱਲਾਂ ਹੋ ਗਈਆਂ ਨਾ, ਇੱਕ ਤਾਂ ਵੇਜਿਸ ਐਂਡ ਸੈਲਰੀ, ਇੱਕ ਸੈਲਰੀ ਐਂਡ ਵੇਜਿਸ। ਜੇ ਸੈਲਰੀ ਐਂਡ ਵੇਜਿਸ ਲਿਖੀਆਂ ਨੇ ਇਹਦਾ ਮਤਲਬ ਸੈਲਰੀ ਪਹਿਲਾਂ ਆ ਗਈ ਤਾਂ ਉਹ ਸੈਲਰੀਜ਼ ਤੇ ਵੇਜਿਸ ਕਾਹਦੀਆਂ ਨੇ? ਆਫਿਸ ਦੀਆਂ ਨੇ, ਤਾਂ ਉਹਨੂੰ ਕਿੱਧਰ ਲੈ ਕੇ ਜਾਣੀਆਂ ਨੇ? ਇਨਡਾਇਰੈਕਟ ਐਕਸਪੈਂਸਿਸ। ਸਮਝ ਲੱਗੀ? ਜੇ ਤਾਂ ਬੱਚੇ ਵੇਜਿਸ ਐਂਡ ਸੈਲਰੀ ਲਿਖੀ ਹੈ ਮਤਲਬ ਵੇਜਿਸ ਪਹਿਲਾਂ ਲਿਖਿਆ ਆਇਆ ਤਾਂ ਟ੍ਰੇਡਿੰਗ ਅਕਾਊਂਟ ਵਿੱਚ, ਜੇ ਸੈਲਰੀ ਐਂਡ ਵੇਜਿਸ ਲਿਖਿਆ ਹੈ ਤਾਂ ਉਹ ਪ੍ਰੋਫਿਟ ਐਂਡ ਲਾਸ ਅਕਾਊਂਟ। ਤੇ ਜੇ ਕੱਲੀਆਂ ਵੇਜਿਸ ਲਿਖੀਆਂ ਨੇ ਤਾਂ ਇਧਰ ਆਉਣੀਆਂ ਹੀ ਆਉਣੀਆਂ ਟ੍ਰੇਡਿੰਗ ਅਕਾਊਂਟ 'ਚ। ਜੇ ਕੱਲੀ ਸੈਲਰੀ ਲਿਖੀ ਹੈ ਉਹ ਪ੍ਰੋਫਿਟ ਐਂਡ ਲਾਸ ਅਕਾਊਂਟ 'ਚ ਲੈ ਕੇ ਜਾਣੀ। ਇਹਨੂੰ ਥੋੜਾ ਜਿਹਾ ਮਾਈਂਡ ਵਿੱਚ ਰੱਖਿਆ ਜੀ। ਠੀਕ ਹੈ, ਹੁਣ ਵੇਜਿਸ ਹੈ, ਇਹ ਕੱਲੀਆਂ ਵੇਜਿਸ ਨੇ, ਵੇਜਿਸ ਕਿੱਧਰ ਜਾਣਗੀਆਂ? ਟ੍ਰੇਡਿੰਗ ਅਕਾਊਂਟ ਜਾਣਗੀਆਂ। ਕੀ ਆਣਗੀਆਂ? ਟੂ ਵੇਜਿਸ। ਕਿੰਨੀਆਂ ਬੱਚੇ? 65,000। ठीक है, नेक्स्ट आ गया बेटा फैक्ट्री एक्सपेंसेस। हुण फैक्ट्री एक्सपेंसेस भी फैक्ट्री नाल संबंधित ने, किधर जाणगे? डायरेक्ट ने तो किधर आउणगे? ट्रेडिंग अकाउंट। तां टू फैक्ट्री एक्सपेंसेस किधर बटे? 45,000 रुपए ट्रेडिंग अकाउंट। ओके, अब आ गया फ्राइट टू। ਹੁਣ ਇਹ ਭਾੜਾ ਕਾਹਦਾ ਦਿੱਤਾ? ਹੁਣ ਇੱਕ ਇਹਦੇ ਵਿੱਚ ਦਿੱਤਾ ਹੈ, ਦੇਖੋ ਧਿਆਨ ਦਿਓ, ਇਨਵਰਡ ਤੇ ਇੱਕ ਆਊਟਵਰਡ। ਇਨਵਰਡ ਮੈਂ ਤੁਹਾਨੂੰ ਪਿਛਲੇ ਲੈਕਚਰ ਬੜੇ ਧਿਆਨ ਨਾਲ ਸੁਣੋ, ਇਹ ਗੱਲ ਬਹੁਤ ਜ਼ਿਆਦਾ ਕਲੀਅਰ ਕੀਤੀ ਹੋਈ ਹੈ ਵੀ ਇਨਵਰਡ ਕਿਹੜੀ ਹੈ? ਜੋ ਸਮਾਨ ਅਸੀਂ ਰਾ ਮਟੀਰੀਅਲ ਲੈ ਕੇ ਆ ਰਹੇ ਹਾਂ ਫੈਕਟਰੀ ਦੇ ਵਿੱਚ ਤਾਂ ਉਸ ਤੇ ਦਿੱਤਾ ਗਿਆ ਭਾੜਾ, ਮਤਲਬ ਜੋ ਚੀਜ਼ ਇਨ ਹੋ ਰਹੀ ਹੈ ਆ ਰਹੀ ਹੈ ਉਹਦੇ ਤੇ ਦਿੱਤਾ ਗਿਆ ਭਾੜਾ। ਜੇ ਉਹਦੇ ਤੇ ਨਾ ਦੇਵਾਂਗੇ ਉਹ ਰਾ ਮਟੀਰੀਅਲ ਆਏਗਾ ਨਹੀਂ, ਸਾਡੀ ਫੈਕਟਰੀ ਬੰਦ ਹੋਏਗੀ। ਇਹਦਾ ਮਤਲਬ ਇਨਵਰਡ ਕੀ ਹੈ? ਡਾਇਰੈਕਟ ਹੈ। ਆਊਟਵਰਡ ਦਾ ਮਤਲਬ ਹੈ ਸਾਡੀਆਂ ਵਸਤੂਆਂ ਫਿਨਿਸ਼ਡ ਹੋ ਗਈਆਂ, ਪ੍ਰੋਡਕਟ ਬਣ ਗਿਆ, ਉਹ ਅਸੀਂ ਮਾਰਕੀਟ ਦੇ ਵਿੱਚ ਭੇਜਣਾ ਹੈ ਤਾਂ ਉਹਦੇ ਤੇ ਦਿੱਤਾ ਗਿਆ ਕਿਰਾਇਆ। ਜੇ ਉਹ ਕਿਰਾਇਆ ਅਸੀਂ ਨਾ ਦੇਵਾਂਗੇ ਫੈਕਟਰੀ ਦਾ ਕੰਮਕਾਰ ਤਾਂ ਚੱਲਦਾ ਹੀ ਰਹੇਗਾ। समझ गए ना? तो आउटवर्ड जो है वो की है? इनडायरेक्ट, और इनवर्ड जो है वो डायरेक्ट। और डायरेक्ट एक्सपेंसेस ही ट्रेडिंग अकाउंट च लेने ने, इसलिए फ्राइट इनवर्ड कितना है? 10,000 रुपए ये लवांगे और इनवर्ड लिख लो। और फ्राइट आउटवर्ड जो है वो नहीं लवांगे, वो ट्रेडिंग अकाउंट की आइटम नहीं है, वो कादी आइटम है? प्रॉफिट एंड लॉस अकाउंट की आइटम। ठीक है, नेक्स्ट की है बच्चे, एक ध्यान नाल नोट करया करो भी ਜਿਹੜੀ ਚੀਜ਼ ਆਉਂਦੀ ਜਾਂਦੀ ਹੈ ਉਹਦੇ ਤੇ ਟਿਕ ਕਰ ਲਿਆ। ਅਸੀਂ ਇਧਰ ਲੈ ਲਈ, ਅਸੀਂ ਟ੍ਰੇਡਿੰਗ ਅਕਾਊਂਟ 'ਚ ਆਈਟਮ ਲੈ ਲਈ, ਅਸੀਂ ਟ੍ਰੇਡਿੰਗ ਅਕਾਊਂਟ 'ਚ ਆਈਟਮ ਲਿਖ ਲਈ ਹੈ। ਫਿਰ ਜੇ ਕੋਈ ਰਹਿ ਜੇ ਤਾਂ ਐਟਲੀਸਟ ਪਤਾ ਲੱਗ ਜਾਂਦਾ ਹੈ ਵੀ ਕਿਹੜੀ ਆਈਟਮ ਤੇ ਟਿਕ ਨਹੀਂ ਲੱਗਿਆ। ਇਹ ਆਪਾਂ ਵੇਖਣੀ ਹੈ ਟ੍ਰੇਡਿੰਗ ਅਕਾਊਂਟ ਦੀ ਆ ਕਿ ਪ੍ਰੋਫਿਟ ਐਂਡ ਲਾਸ ਅਕਾਊਂਟ ਦੀ। ਕੋਈ ਆਈਟਮ ਛੱਡਣੀ ਨਹੀਂ, ਠੀਕ ਹੈ, ਕੋਈ ਵੀ ਆਈਟਮ ਛੱਡਣੀ ਨਹੀਂ, ਜੇ ਛੱਡੀਗੀ ਤਾਂ ਕੁਐਸਚਨ ਗਲਤ ਹੋਏਗਾ। ਓਕੇ, ਹੁਣ ਦੇਖਦੇ ਹਾਂ ਆਪਾਂ ਇਹਦਾ बैलेंस। ਤੁਹਾਨੂੰ ਮੈਂ ਅੱਗੇ ਕਿਹਾ ट्रेडिंग अकाउंट ਦਾ बैलेंस ਜਿਹੜਾ ਹੈ ਉਹ ਜਾਂ ਤਾਂ प्रॉफिट ग्रॉस प्रॉफिट ਹੋਏਗਾ ਜਾਂ ग्रॉस लॉस ਹੋਏਗਾ। ਜੇ ਇਧਰ ਵਾਲਾ ਜੋੜ ਜ਼ਿਆਦਾ ਹੋਇਆ ਤਾਂ ग्रॉस लॉस ਹੋਏਗਾ, ਜੇ ਇਧਰ ਵਾਲਾ ਜੋੜ ਜ਼ਿਆਦਾ ਹੋਇਆ ਤੇ ਇਧਰਲੀ ਸਾਈਡ ਤੇ ग्रॉस प्रॉफिट ਆਏਗਾ। ਧਿਆਨ ਦਿਓ 3,47,000 ਹੈ, ਆ ਕਿੰਨਾ ਹੈ? 55 ਤੇ 35 90, 90 ਤੇ 10 100, 1 ਲੱਖ ਹੀ ਹੋ ਗਿਆ। 4,47,000 ਰੁਪਏ, 4,47,000 ਰੁਪਏ। अच्छा बच्चे देखो 4,47,000 ਵਿੱਚੋਂ 40 70 1 75 65 45 ਤੇ 10
ये घटावांगे तो आंसर आएगा 42,000 रुपए टू ग्रॉस प्रॉफिट कितना आ गया 42,000 किधर जाएगा ट्रांसफर टू प्रॉफिट एंड लॉस अकाउंट ट्रांसफर टू प्रॉफिट एंड लॉस अकाउंट लो जी ग्रॉस प्रॉफिट ਨੂੰ ਚੱਕ ਕੇ प्रॉफिट एंड लॉस अकाउंट ਚ ट्रांसफर कर ਦਾਂਗੇ ਉਸ ਤੋਂ ਬਾਅਦ प्रॉफिट एंड लॉस अकाउंट्स ਦੀਆਂ ਆਈਟਮ ਲਿਖਾਂਗੇ ਤੇ नेट प्रॉफिट आ जाएगा ठीक है एक क्वेश्चन मेरा रहता है एक क्वेश्चन ਤੁਹਾਨੂੰ ਨਿੱਕਾ ਜਿਹਾ ਹੋਰ ਕਰਾਉਣਾ ਇਹਦੇ ਨਾਲ ਦਾ ਉਸ ਤੋਂ ਬਾਅਦ ਉਹ ਥੋੜੀ ਟਾਈਪ ਹੁੰਦੀ ਵੱਖਰੀ ਠੀਕ ਹੈ नेक्स्ट की करांगे ਆਪਾਂ प्रॉफिट एंड लॉस अकाउंट ठीक है बच्चे ध्यान दियो हाँ जी बेटा ध्यान दियो एक क्वेश्चन है फ्रॉम द फॉलोइंग इंफॉर्मेशन प्रिपेयर ट्रेडिंग अकाउंट फॉर द ईयर एंडेड 31 मार्च 2020 ओपनिंग स्टॉक दिता है परचेजेस दित्तियां हुई हैं क्लोजिंग स्टॉक दिता है वेजेस फ्राइट इनवर्ड कैरीज इनवर्ड ते ग्रॉस प्रॉफिट ऑन सेल इज 20% फर्स्ट ऑफ ऑल ਆਪਾਂ ट्रेडिंग अकाउंट ਤੇ ਧਿਆਨ ਦਿੰਦੇ ਆ ਚਾਹੀਦਾ ਕੀ ਆਪਾਂ टू ओपनिंग स्टॉक टू परचेजेस रिटर्न्स है नहीं है बाय सेल्स रिटर्न है नहीं है बाय क्लोजिंग स्टॉक इतने डायरेक्ट एक्सपेंसेस आ जाएंगे फर्स्ट ऑफ ऑल ओपनिंग स्टॉक लेने हुन ओपनिंग स्टॉक कितना है 1 लाख 1 2 3 4 5 लो जी 1 लाख टू परचेजेस कितना है 2,80,000 2,80,000 लेता है उस तो बाद बाय सेल्स ए टिक कर चल ए होगी ए भी होगी सेल्स नो सेल दित्तियां नहीं है हुन प्रॉब्लम आ गई सेल तो बिना किवें निकलेगा ग्रॉस प्रॉफिट देखो ध्यान दो सेल नहीं देती है चलो क्लोजिंग स्टॉक देखते हैं क्लोजिंग स्टॉक यस क्लोजिंग स्टॉक देता है 80,000 80,000 एल होगी जी हुन डायरेक्ट एक्सपेंसेस बचे देते हुए ने हुन फर्स्ट ऑफ ऑल आपा करांगे भी सेल नहीं देती सी सेल किवें कटनी है यस सर सेल नहीं है सेल किवें कटनी है ध्यान दियो मेरे पहले लेक्चर ਜਿਹੜੀ ਅਕਾਊਂਟਿੰਗ ਇਕੁਏਸ਼ਨਸ ਆਪਾਂ ਬਣਾਉਂਦੇ ਸੀ ਅਕਾਊਂਟਿੰਗ ਇਕੁਏਸ਼ਨਸ ਧਿਆਨ ਨਾਲ ਸਮਝਿਆ ਜੇ ਦੁਬਾਰਾ ਸੁਣ ਲਿਆ ਜੇ ਨਹੀਂ ਦਿਮਾਗ ਵਿੱਚ ਆ ਰਿਹਾ ਦੇਖੋ ਬੱਚੇ ਉਹਦੇ ਸਭ ਨਾਲ ਪਹਿਲਾਂ ਆਪਾਂ ਕਰਨਾ ਹੈ ਕਾਸਟ ਆਫ ਗੁੱਡਸ ਆ ਕੀ ਦਿੱਤਾ ਹੈ ਗ੍ਰੋਸ ਪ੍ਰੋਫਿਟ ਦਿੱਤਾ ਹੈ ਗ੍ਰੋਸ ਪ੍ਰੋਫਿਟ ਔਨ ਸੇਲ ਕਿੰਨਾ ਹੈ 20% ਸੇਲ ਤੇ ਗ੍ਰੋਸ ਪ੍ਰੋਫਿਟ 20% ਦਾ ਮਤਲਬ ਹੈ ਮੰਨ ਲਓ ਲੈਟ ਸੇਲ ਕਿੰਨੀ ਹੈ 100 ਹੈ ਤੇ ग्रॉस प्रॉफिट कितना है 20% है ना तो कितना आ गया ग्रॉस प्रॉफिट कितना आ गया ग्रॉस प्रॉफिट कितना आ गया 100 गुना 20 बटा 100 100 ਤੇ 20% ਆ ਗਿਆ ਨਾ 20 ਨਾਲ ਜੀ 100 ਨਾਲ 100 ਗਿਆ ਕਿੰਨਾ ਆ ਗਿਆ 20 ਰੁਪਏ ਹੁਣ ਬੱਚੇ ਗ੍ਰੋਸ ਪ੍ਰੋਫਿਟ ਆ ਗਿਆ 20 ਰੁਪਏ ਜੇ ਸੇਲ ਮੰਨੀ ਹੈ 100 ਰੁਪਏ ਤੇ ਜੇ ਸੇਲ ਦੇ ਵਿੱਚੋਂ ਗ੍ਰੋਸ ਪ੍ਰੋਫਿਟ ਘਟਾਣੇ ਆ ਤਾਂ ਕਾਸਟ ਆਫ ਗੁੱਡਸ ਸੋਲਡ ਕਿੰਨੀ ਆ ਗਈ ग्रॉस सेल माइनस ग्रॉस प्रॉफिट कितना आ गया 100 माइनस 20 80 ध्यान दो कास्ट ऑफ गुड्स सोल्ड ਦਾ ਮਤਲਬ ਹੈ ਇਹਨਾਂ ਵਸਤੂਆਂ ਨੂੰ ਬਣਾਉਣ ਤੇ ਕਿੰਨੇ ਖਰਚ ਆਏ प्रॉफिट ਵਿੱਚੋਂ ਘਟਾ ਦੇਾਂਗੇ 100 ਦੇ ਵਿੱਚੋਂ 20 ਰੁਪਏ ਘਟਾ ਤੇ ਜਿਹੜਾ ਅਸੀਂ ਪ੍ਰੋਫਿਟ ਲਿਆ ਸੀ ਬਾਕੀ ਕੀ ਬਚਿਆ ਇਹਨਾਂ ਵਸਤੂਆਂ ਨੂੰ ਬਣਾਉਣ ਤੇ ਸਾਡੇ ਕਿੰਨੇ ਪੈਸੇ ਖਰਚ ਆਏ ਨੇ ਕਾਸਟ ਆਫ ਗੁੱਡਸ ਸੋਲਡ ਆਹੀ ਆ ਗਿਆ ਨਾ ਕਾਸਟ ਆਫ ਗੁੱਡਸ ਸੋਲਡ ਤੇ ਕਾਸਟ ਆਫ ਗੁੱਡਸ ਸੋਲਡ ਦਾ ਮੈਂ ਤੁਹਾਨੂੰ ਇਹ ਫਾਰਮੂਲਾ ਦੱਸਿਆ ਹੈ ਕਾਸਟ ਆਫ ਗੁੱਡਸ ਸੋਲਡ ਕਾਸਟ ਆਫ ਗੁੱਡਸ ਸੋਲਡ ਕਿੰਨੇ ਬਰਾਬਰ ਹੁੰਦਾ ਹੈ ਓਪਨਿੰਗ ਸਟਾਕ ਪਲੱਸ परचेजेस प्लस डायरेक्ट एक्सपेंसेस माइनस क्लोजिंग स्टॉक याद आया ओपनिंग स्टॉक प्लस परचेजेस प्लस डायरेक्ट एक्सपेंसेस माइनस क्लोजिंग स्टॉक किंदे बराबर हुंदा है कॉस्ट ऑफ गुड्स सोल्ड कॉस्ट ऑफ गुड्स सोल्ड आ रही है इथे ध्यान दियो ओपनिंग स्टॉक अपने कोल कितना है 1 लाख रुपए प्लस परचेजेस कितनियां ने 2,80,000 रुपए प्लस डायरेक्ट एक्सपेंसेस कितने ने आ वेजेस भी डायरेक्ट है फ्राइट इनवर्ड भी डायरेक्ट है कैरियर्स इनवर्ड भी डायरेक्ट है
कितना हो गया 3 ਤੇ 2 5 5 ਤੇ 6 6600 कितना हो गया 6600 माइनस क्या आ गया क्लोजिंग स्टॉक कितना है 80000 80000 कितना आ गया बच्चे ध्यान दो 1 लाख ਤੇ 2,80,000 3,80,000 ਵਿੱਚ 80,000 ਗਿਆ ਬਾਕੀ ਰਹਿ ਗਿਆ 3 ਲੱਖ ਤੇ 6600 ਮਤਲਬ 3,06,600 ਰੁਪਏ 3,06,600 ਰੁਪਏ ਕੀ ਆ ਗਿਆ ਸਾਡਾ ਕਾਸਟ ਆਫ ਗੁੱਡਸ ਸੋਲਡ ਸਾਡੇ ਕੋਲ ਕਾਸਟ ਆਫ ਗੁੱਡਸ ਸੋਲਡ ਆ ਚੁੱਕੀ ਹੈ ਹੁਣ ਧਿਆਨ ਦਿਓ ਜੇ ਸਾਡੀ ਕਾਸਟ ਆਫ ਗੁੱਡਸ ਸੋਲਡ 80 ਰੁਪਏ ਹੈ ਆਪਾਂ ਕੱਢਿਆ ਨਾ ਗ੍ਰੋਸ ਪ੍ਰੋਫਿਟ ਜੇ ਸਾਡੀ ਕਾਸਟ ਆਫ ਗੁੱਡਸ ਸੋਲਡ 80 ਰੁਪਏ ਹੈ ਤਾਂ ਸਾਡੀ ਸੇਲ ਕਿੰਨੀ ਸੀ 100 ਸਾਡੀ ਸੇਲ ਕਿੰਨੀ ਸੀ 100 ਦਿਮਾਗ ਵਿੱਚ ਆ ਗਈ ਇਕੁਏਸ਼ਨ ਹਾਂ ਕਾਸਟ ਆਫ ਗੁੱਡਸ ਸੋਲਡ ਜੇ ਕਿੰਨੀ ਹੈ ਸਾਡੀ 80 ਰੁਪਏ ਦੈਨ सेल कितनी है 100 रुपए जे कॉस्ट ऑफ गुड्स सोल्ड 1 है मैथ वाला फार्मूला लाओ तो देन सेल कितनी होएगी 100 डिवाइडेड बाय 80 ते जे कॉस्ट ऑफ गुड्स सोल्ड कितनी है 3,06,600 ये कर क्यों रहे हैं सारा कुछ सेल कटने वास्ते की कटने वास्ते सेल कटने वास्ते तो 100 डिवाइडेड बाय 80 मल्टीप्लाइड बाय 3,06,600 लो जी 3,06,600 ਜਦੋਂ ਤੁਸੀਂ ਇਹਨੂੰ ਮਲਟੀਪਲਾਈ ਕਰੋਗੇ ਤੇ ਇਹ ਤੁਹਾਡੀ ਸੇਲ ਆ ਜਾਏਗੀ 3,83,250 ਕੈਲਕੂਲੇਸ਼ਨ ਕਰੋਗੇ 3,83,250 ਲਓ ਜੀ ਕੈਲਕੂਲੇਸ਼ਨ ਸਮਝ ਲੱਗ ਗਈ ਦਿਮਾਗ ਵਿੱਚ ਫਿੱਟ ਹੋ ਗਈ ਗ੍ਰੋਸ ਪ੍ਰੋਫਿਟ ਔਰ ਸੇਲ ਦਿੱਤਾ ਹੈ ਤਾਂ ਸੇਲ ਮੰਨ ਲਓ 100 ਗ੍ਰੋਸ ਪ੍ਰੋਫਿਟ 20 ਗ੍ਰੋਸ ਪ੍ਰੋਫਿਟ ਵਿੱਚੋਂ ਸੇਲ ਦੇ ਵਿੱਚੋਂ ਗ੍ਰੋਸ ਪ੍ਰੋਫਿਟ ਘਟਾ ਦੇਾਂਗੇ ਤਾਂ ਕੀ ਆ ਜਾਏਗਾ ਕਾਸਟ ਆਫ ਗੁੱਡ ਸੋਲਡ ਹੁਣ ਕਾਸਟ ਆਫ ਗੁੱਡ ਸੋਲਡ ਸਾਡੇ ਕੋਲ 80 ਆ ਚੁੱਕੀ ਹੈ ਜੇ ਕਾਸਟ ਆਫ ਗੁੱਡ ਸੋਲਡ 80 ਹੈ ਤਾਂ ਸਾਡੀ ਸੇਲ ਕਿੰਨੀ ਹੈ 100 ਹੁਣ ਕਾਸਟ ਆਫ ਗੁੱਡ ਸੋਲਡ ਅਸੀਂ ਇੱਥੇ ਕੱਢ ਲਾਂਗੇ ਵੀ ਇੱਥੇ ਸਾਡੀ ਕਾਸਟ ਆਫ ਗੁੱਡ ਸੋਲਡ ਕਿੰਨੀ ਬਣਦੀ ਹੈ ਓਪਨਿੰਗ ਸਟਾਕ ਪਰਚੇਸਿਸ ਡਾਇਰੈਕਟ ਐਕਸਪੈਂਸਿਸ ਨੂੰ ਐਡ ਕਰਕੇ ਤੇ ਕਲੋਜ਼ਿੰਗ ਸਟਾਕ ਲੈਸ ਕਰਕੇ ਇੱਥੇ ਸਾਡਾ ਕਾਸਟ ਆਫ ਗੁੱਡ ਸੋਲਡ ਕਿੰਨਾ ਆ ਗਿਆ 3,06,600 ਜੇ ਇੱਥੇ 80 ਸੀ ਤਾਂ ਸੇਲ 100 ਹੈ ਜੇ 3,06,600 ਹੈ ਤਾਂ ਸੇਲ ਸਾਡੀ ਕਿੰਨੀ ਨਿਕਲੀ ਆਈ 3,83,250 ਜਿਹੜੀ ਕਿ ਅਸੀਂ ਇੱਥੇ ਲਿਖ ਦੇਣੀ ਹੈ 3,83,250 ठीक है रह गए डायरेक्ट एक्सपेंसेस लिखने वाले डायरेक्ट एक्सपेंसेस लिखो टू वेजेस कितना है 2000 फ्राइट इनवर्ड कितना है 3600 टू क्या आ गया कैरियर्स इनवर्ड कितना 1000 लो बच्चे आ चुके हैं ਹੁਣ ਇਹਦਾ बैलेंस ਕੱਢਾਂਗੇ ਜਿਹੜਾ ਕਿ ਸਾਡਾ ਗ੍ਰੋਸ ਪ੍ਰੋਫਿਟ ਹੋਏਗਾ ਇਹ ਆ ਗਿਆ 4,63,250 4,63,250 रुपए इधर का जोड़ हो गया ਤੇ 4,63,200 ਤੇ 50 ਰੁਪਏ ਦੇ ਵਿੱਚੋਂ ਆ ਸਾਰੀਆਂ ਆਈਟਮਸ ਘਟਾਵਾਂਗੇ ਤੇ ਸਾਡਾ ਆ ਜਾਏਗਾ ਗ੍ਰੋਸ ਪ੍ਰੋਫਿਟ ਵਿਚ ਇਜ਼ ਟ੍ਰਾਂਸਫਰ ਟੂ प्रॉफिट एंड लॉस अकाउंट कितना आएगा आएगा बच्चे 76,650 76,650 कैलकुलेशंस ਤੁਸੀਂ ਆਪਣੇ ਆਪ ਕਰ ਲੈਣੀਆਂ ਨੇ ਜੇ ਕੈਲਕੂਲੇਸ਼ਨ ਕਰਨ ਲੱਗਾਂਗੇ ਤਾਂ ਕੁਐਸਚਨ ਹੋਰ ਜ਼ਿਆਦਾ ਲੈਕਚਰ ਹੋ ਜ਼ਿਆਦਾ ਲੰਮਾ ਹੋਏਗਾ 76,650 ਹੁਣ ਦੇਖੋ ਇਹਦੇ ਚ ਕੋਈ ਵੀ ਚੀਜ਼ ਐਸੀ ਚੀਜ਼ ਜਿਹੜੀ ਤੁਹਾਡੇ ਮਾਈਂਡ ਵਿੱਚ ਫਿੱਟ ਨਾ ਹੋਈ ਹੋਵੇ ਫਿਰ ਵੀ ਮੈਂ ਤੁਹਾਨੂੰ ਕਹਿੰਦਾ ਆਪਣੇ पंजाब लेवल के WhatsApp ग्रुप बने हुए ने यह मेरा WhatsApp नंबर है 98,726 98,111 तुसी कदे भी जेड़ा भी लैक्चर सुनो कदे भी तुहाडे माइंड च कोई कन्फ्यूजन होवे मैनूं किसी टाइम भी 98,726 98,111 ते कॉल कर सकते हो मैं तुहाडी हरेक गल दा जवाब हर वेले 24 घंटे हाजिर होवांगा ठीक है कॉमर्स वाला नाम का चैनल है कॉमर्स वाला नाम का चैनल जिन्होंने अजे भी सबसक्राइब नहीं किया सबसक्राइब करो ताकि मैनू भी कॉन्फिडेंस मेरा भी कॉन्फिडेंस बढ़े लैक्चर बनाने कि मेरे होर ज़्यादा स्टूडेंट्स मेरे नाल जुड़ते जाते हैं ठीक है जे यूट्यूब ते कॉमर्स वाला चैनल है जो सबसक्राइब करो इस लैक्चर जो तुहानूं वधिया लग्गिया बच्चे मैक्सिमम लाइक करना है शेयर करना है आपके फ्रेंड सर्कल दे विच ते कमेंट करना ठीक है बच्चे थैंक यू।